ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਵਿਸ਼ੇ ਦੇ ਉੱਪਰ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨ ਲੱਗਾ, ਉਸ ਵਿਸ਼ੇ ਦੇ ਬਾਰੇ ਜਿਹੜੀ ਮੇਰੀ ਤੁਹਾਨੂੰ ਗੁਜ਼ਾਰਿਸ਼ ਹੈ ਉਹ ਇਹ ਹੈ ਕਿ ਉਸ ਵਿਸ਼ੇ ਨੂੰ ਅਸੀਂ ਸੰਜੀਦਗੀ ਦੇ ਨਾਲ ਸਮਝਣ ਦਾ ਯਤਨ ਕਰੀਏ, ਕਿਉਂਕਿ ਅਕਸਰ ਸਾਡੀ ਮਾਨਸਿਕਤਾ ਇਹ ਬਣ ਚੁੱਕੀ ਹੈ ਕਿ ਅਸੀਂ ਹਰ ਵਾਪਰ ਰਹੀ ਘਟਨਾ ਨੂੰ ਆਪਣੇ ਸੁਰਤ ਦੇ ਖਾਨਿਆਂ ਦੇ ਵਿੱਚ ਵੱਖ-ਵੱਖ ਕਰਕੇ ਵੇਖਦੇ ਹਾਂ। ਅਤੇ ਜਦੋਂ ਅਸੀਂ ਘਟਨਾਵਾਂ ਨੂੰ ਵੱਖ-ਵੱਖ ਕਰਕੇ ਵੇਖਦੇ ਹਾਂ ਤਾਂ ਉਹਦੇ ਨਾਲ ਉਹਨਾਂ ਘਟਨਾਵਾਂ ਦੇ ਪਿੱਛੇ ਜਿਹੜਾ ਇੱਕ ਸਮੂਹਿਕ ਤੰਤਰ ਹੈ, ਅਸੀਂ ਉਹਦੇ ਤੱਕ ਨਹੀਂ ਪਹੁੰਚ ਪਾਉਂਦੇ। ਸੋ ਇਹ ਸਾਨੂੰ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਕਿ ਸਮਝਣ ਦੀ ਲੋੜ ਹੈ ਕਿ ਜਿਹੜੀਆਂ ਅਜੋਕੇ ਸਮੇਂ ਦੇ ਵਿੱਚ ਇੱਕ ਘੱਟ ਗਿਣਤੀ ਕੌਮੀਅਤ ਜਿਹੜੀ ਸਿੱਖਾਂ ਵਰਗੀ ਕੌਮ ਹੈ, ਔਰ ਖ਼ਾਸ ਕਰਕੇ ਇੱਕ ਘੱਟ ਗਿਣਤੀ ਕੌਮੀਅਤ ਜਿਹਦਾ ਇੱਕ ਬਹੁ ਗਿਣਤੀ ਕੌਮ ਨੂੰ ਅੱਜ ਰਾਜ ਸੱਤਾ ਦੇ ਉੱਪਰ ਰਾਜ ਬਣਾਉਣ ਦੇ ਕਾਬਲ ਬਣਾਉਣ ਦੇ ਜਾਂ ਫਿਰ ਰਾਜ ਦੇਣ ਦੇ ਵਿੱਚ ਆਪਣੀਆਂ ਸ਼ਹਾਦਤਾਂ ਅਤੇ ਆਪਣੀਆਂ ਕੁਰਬਾਨੀਆਂ ਦੇ ਸਦਕਾ ਇੱਕ ਬਹੁਤ ਵੱਡਾ ਹਿੱਸਾ ਹੈ। ਅਤੇ ਉਸ ਘੱਟ ਗਿਣਤੀ ਕੌਮੀਅਤ ਦੇ ਨਾਲ ਜਦੋਂ ਕੋਈ ਵਰਤਾਰਾ ਵਾਪਰਦਾ ਹੈ ਅਤੇ ਜਦੋਂ ਅਸੀਂ ਸੁਰਤ ਦੇ ਖਾਨਿਆਂ ਦੇ ਵਿੱਚ ਵੇਖਦੇ ਹਾਂ ਕਿ ਮੈਂ ਕੁਛ ਕਹਿ ਦਿੱਤਾ, ਕਿਸੇ ਨੇ ਕੁਛ ਕਹਿ ਦਿੱਤਾ, ਕਿਸੇ ਨੇ ਕੁਛ ਕਹਿ ਦਿੱਤਾ, ਇੱਕ ਤੇ ਇੱਕੋ ਘਟਨਾ ਪ੍ਰਤੀ ਨਜ਼ਰੀਆ ਵੱਖ-ਵੱਖ ਹੋ ਸਕਦਾ ਹੈ। ਪਰ ਜਦੋਂ ਘਟਨਾਵਾਂ ਵੱਖ-ਵੱਖ ਵਾਪਰਦੀਆਂ ਨੇ ਅਤੇ ਉਹਨਾਂ ਦੇ ਪਿੱਛੇ ਜਿਹੜਾ ਇੱਕ ਤੰਤਰ ਹੈ ਉਹਨੂੰ ਸਮਝਣ ਦੀ ਬਹੁਤ ਲੋੜ ਹੈ। ਕਿਉਂਕਿ ਅਕਸਰ ਜੇਕਰ ਜਿਹੜੇ ਮੇਰੇ ਵੀਰ ਖਾਸ ਕਰਕੇ ਪ੍ਰਚਾਰ ਦੇ ਖੇਤਰ ਦੇ ਵਿੱਚ ਵੀ ਨੇ ਤਾਂ ਅਸੀਂ ਠੀਕ ਹੈ ਆਪਣੇ ਆਪ ਨੂੰ ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਫਲਸਫੇ ਜਾਂ ਸਿੱਖ ਤਵਾਰੀਖ ਤੱਕ ਆਪਣੇ ਆਪ ਨੂੰ ਸੀਮਤ ਰੱਖਦੇ ਹਾਂ, ਪਰ ਉਹਦੇ ਨਾਲ ਨਾਲ ਵਿਸ਼ਵ ਵਿਆਪੀ ਪੱਧਰ ਦੇ ਉੱਪਰ ਜਿਹੜੇ ਵਾਪਰ ਰਹੇ ਵਰਤਾਰੇ ਨੇ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਨਹੀਂ ਸਮਝਾਂਗੇ ਤਾਂ ਇਹ ਗੱਲ ਠੀਕ ਹੈ, ਸਟੇਜਾਂ ਦੇ ਉੱਪਰ ਪ੍ਰਚਾਰ ਤਾਂ ਕੀਤਾ ਜਾ ਸਕਦਾ, ਵਿਦੇਸ਼ਾਂ ਦੇ ਵਿੱਚ ਵੀ ਜਾਇਆ ਜਾ ਸਕਦਾ, ਕੋਈ ਔਖਾ ਨਹੀਂ ਹੈ, ਪਰ ਆ ਜਾ ਕੇ ਕੌਮ ਨੂੰ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਗਹਿਰ ਤੇ ਸੰਜੀਦਗੀ ਦੇ ਨਾਲ ਜਿਹੜਾ ਚਿੰਤਨ ਹੈ ਉਹ ਫਿਰ ਕੌਣ ਕਰੇਗਾ। ਸੋ ਉਹਦੇ ਪ੍ਰਤੀ ਜਿਹੜੀ ਸਾਡੀ ਅਪਰੋਚ ਹੈ ਉਹ ਬਹੁਤ ਸੰਜੀਦਗੀ ਵਾਲੀ ਔਰ ਸੂਖਮ ਤੌਰ 'ਤੇ ਸਮਝਣ ਵਾਲੀ ਅਤੇ ਤੀਖਣ ਬੁੱਧੀ ਵਾਲੀ ਜ਼ਰੂਰ ਚਾਹੀਦੀ ਹੈ। ਕਿਉਂਕਿ ਜੇਕਰ ਅਸੀਂ ਪੋਸਟ ਮਾਡਰਨਿਟੀ ਪੀਰੀਅਡ ਦੀ ਗੱਲ ਕਰੀਏ ਤਾਂ ਕੋਈ ਉਹ ਸਮਾਂ ਸੀ ਰਾਜੇ ਰਾਜ ਕਰਦੇ ਸੀ, ਇੱਕ ਰਾਜੇ ਦੇ ਅੰਤ ਤੋਂ ਬਾਅਦ ਕਈ ਵਾਰੀ ਤੇ ਉਸ ਸਲਤਨਤ ਦਾ ਅੰਤ ਹੁੰਦਾ ਸੀ, ਜਾਂ ਰਾਜਾ ਮਾੜਾ ਹੋਵੇ ਉਹਦਾ ਉੱਤਰਾਧਿਕਾਰੀ ਜਿਹੜਾ ਉਹ ਚੰਗੇ ਆਉਣ ਦੀ ਆਸ ਜ਼ਰੂਰ ਹੁੰਦੀ ਸੀ। ਪਰ ਜਿਹੜਾ ਅੱਜ ਦਾ ਲੋਕਤੰਤਰ ਹੈ, ਜਿਹੜਾ ਇੱਕ ਖਾਸ ਮਾਡਰਨਿਟੀ ਦੇ ਇੱਕ ਕਹਿ ਸਕਦੇ ਹੋ ਕਿ ਵਿਚਾਰ ਦੇ ਵਿੱਚੋਂ ਸਿਰਜਿਆ ਗਿਆ, ਸਿਰਫ ਲੋਕਤੰਤਰ ਨਹੀਂ, ਬਹੁਤ ਸਾਰਾ ਅੱਜ ਦਾ ਜਿੰਨਾ ਵੀ ਤੰਤਰ ਹੈ, ਚਾਹੇ ਉਹ ਵੱਡੀ ਸਨਅਤਕਾਰੀ ਦੀ ਗੱਲ ਕੀਤੀ ਜਾਂਦੀ ਹੈ, ਲੋਕਤੰਤਰ ਦੀ ਗੱਲ ਕੀਤੀ ਜਾਂਦੀ ਹੈ, ਫੈਮਿਨਿਜ਼ਮ ਦੀ ਗੱਲ ਕੀਤੀ ਜਾਂਦੀ ਹੈ, ਜਿਹਦੇ ਵਿੱਚ ਕਹਿ ਸਕਦੇ ਹੋ ਕਿ ਅੱਜ ਦਾ ਅਜੋਕਾ ਨਾਰੀਵਾਦ ਅਤੇ ਨਾਰੀ ਸ਼ਕਤੀ ਦੀ ਗੱਲ ਜਿਹੜੀ ਅੱਜ ਕੀਤੀ ਜਾ ਰਹੀ ਹੈ, ਵੂਮਨ ਇੰਪਾਵਰਮੈਂਟ ਦੀ ਗੱਲ ਕੀਤੀ ਜਾ ਰਹੀ ਹੈ, ਇਹਦੇ ਪਿੱਛੇ ਵੀ ਤਾਂ ਇੱਕ ਸੋਚ, ਇੱਕ ਤੰਤਰ ਕਾਰਜਸ਼ੀਲ ਹੈ। ਔਰ ਹੁਣ ਜਦੋਂ ਉਹਦਾ ਅਗਲੇਰਾ ਜਿਹੜਾ ਪੜਾਅ ਹੈ, ਜੇਕਰ ਅਸੀਂ ਉਸ ਨੂੰ ਨਹੀਂ ਸਮਝਦੇ, ਕਿਉਂਕਿ ਪਿਛਲੇ ਪੜਾਅ ਨੂੰ ਸਮਝਣ 'ਚ ਮੈਨੂੰ ਕਈ ਵਾਰੀ ਲੱਗਦਾ ਕਿ ਅਸੀਂ ਬਹੁਤ ਥਾਵਾਂ ਦੇ ਉੱਪਰ ਨਾਕਾਮ ਰਹੇ ਹਾਂ ਕਿ ਅਸੀਂ ਵਾਪਰ ਰਹੇ ਵਰਤਾਰਿਆਂ ਨੂੰ ਸਮੂਹਿਕ ਤੌਰ ਦੇ ਉੱਪਰ ਚਿੰਤਨ ਕਰਕੇ ਉਹਨਾਂ ਵਰਤਾਰਿਆਂ ਦਾ ਜਿਹੜਾ ਇੱਕ ਕੇਂਦਰ, ਇੱਕ ਮਰਕਜ਼ ਹੈ, ਅਸੀਂ ਕਦੀ ਵੀ ਉਹਦੇ ਤੱਕ ਪਹੁੰਚ ਕਰਨ ਦਾ ਯਤਨ ਜਿਹੜਾ ਉਹ ਨਹੀਂ ਕੀਤਾ। ਮਿਸਾਲ ਦੇ ਤੌਰ ਦੇ ਉੱਪਰ ਚਾਹੇ ਅੱਜ ਦੇ ਅਸੀਂ ਸਮਾਜਵਾਦ ਦੀ ਗੱਲ ਕਰਦੇ ਹਾਂ ਤਾਂ ਸਮਾਜਵਾਦ ਦੇ ਜਨਮਦਾਤਾ ਕਾਰਲ ਮਾਰਕਸ ਦੇ ਵਿੱਚ, ਜਾਂ ਫਿਰ ਜਿਸ ਪਰਿਵਾਰ ਦੇ ਵਿੱਚੋਂ ਆ ਉਹੀ ਰੌਥਚਾਈਲਡ ਘਰਾਣਾ, ਜਿਸ ਨੂੰ ਅੱਜ ਜਿਹੜਾ ਵਾ ਉਹ ਚਾਹੇ ਰੌਥਚਾਈਲਡ ਹੋਣ, ਚਾਹੇ ਰੌਕਫੈਲਰਸ ਹੋਣ, ਬਾਇਰ ਫੈਮਿਲੀ ਹੋਵੇ, ਉਹ ਸਾਰਾ ਉਹੀ ਤੰਤਰ ਹੈ ਜਿਹੜਾ ਕਿ ਕਹਿ ਸਕਦੇ ਹੋ ਕਿ ਅੱਜ ਦੇ ਕਾਰਪੋਰੇਟ ਸੈਕਸ਼ਨ ਦੇ ਵਿੱਚ, ਜਾਂ ਫਿਰ ਕਹਿ ਸਕਦੇ ਹੋ ਕਿ ਅੱਜ ਆਰਥਿਕ ਮਿਆਰ ਦੇ ਵਿੱਚ ਉਹ ਦੁਨੀਆ ਨੂੰ ਆਰਥਿਕ ਤੌਰ ਦੇ ਉੱਪਰ ਪ੍ਰਭਾਵਿਤ ਕਰਨ ਵਾਲਾ ਅਦਾਰਾ ਹੈ। ਪਰ ਕਾਰਲ ਮਾਰਕਸ ਵੀ ਉਸੇ ਪਰਿਵਾਰ ਦੇ ਵਿੱਚੋਂ ਹੈ। ਸੋ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਨੇ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਵੱਖ-ਵੱਖ ਖਿੱਤਿਆਂ ਦੇ ਵਿੱਚ, ਵੱਖ-ਵੱਖ ਵਰਤਾਰਿਆਂ ਦੇ ਵਿੱਚ ਗੁੰਮਰਾਹ ਕਰਕੇ ਰਾਜਸੀ ਸੱਤਾ ਕਾਇਮ ਕਿਵੇਂ ਕੀਤੀ ਜਾਂਦੀ ਹੈ, ਸੋ ਉਹਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ। ਪਰ ਇੱਕ ਘੱਟ ਗਿਣਤੀ ਕੌਮ ਜਿਹੜੀ ਹੈ ਉਹਨੂੰ ਵਾਪਰ ਰਹੇ ਵਰਤਾਰਿਆਂ ਦਾ ਅਧਿਐਨ ਸੁਰਤ ਦੇ ਖਾਨੇ ਬਣਾ ਕੇ ਨਹੀਂ ਕਰਨਾ ਚਾਹੀਦਾ। ਘਟਨਾ ਵਾਪਰ ਗਈ, ਉਹਦੇ ਉੱਪਰ ਪ੍ਰਤੀਕਰਮ ਦੇ ਦਿੱਤਾ, ਬਸ ਉਹਦੇ ਪਿਛੋਕੜ ਵੱਲ ਜਿਹੜੀ ਹੈ ਉਹ ਸਾਨੂੰ ਜਾਣ ਦੀ ਲੋੜ ਹੈ। ਕਿਉਂਕਿ ਸਾਡੇ ਉੱਪਰ ਜਿਹੜਾ ਹਮਲਾ ਹੋ ਰਿਹਾ, ਮੈਂ ਇੱਕ ਮਿਸਾਲ ਤੁਹਾਨੂੰ ਦੇਵਾਂ ਕਿ ਉਹ ਇਸ ਤਰ੍ਹਾਂ ਦਾ ਹੈ ਕਿ ਇਸ ਵੇਲੇ ਸਾਰਾ ਜ਼ੋਰ ਲੱਗ ਰਿਹਾ ਕਿ ਸਿੱਖਾਂ ਦੇ ਸੰਗਠਿਤ ਢਾਂਚੇ ਦੇ ਵਿੱਚੋਂ ਪੈਦਾ ਹੋਈਆਂ ਜਿਹੜੀਆਂ ਸੰਸਥਾਵਾਂ ਨੇ, ਉਹ ਚਾਹੇ ਅਕਾਲ ਤਖਤ ਸਾਹਿਬ ਹੈ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨੂੰ ਖਤਮ ਕਿਵੇਂ ਕਰਨਾ, ਪ੍ਰਬੰਧਕਾਂ ਦੇ ਨਾਲ ਜਾਂ ਫਿਰ ਜਥੇਦਾਰ ਦੇ ਨਾਲ। ਕਿਸੇ ਦੇ ਵੀ ਮਤਭੇਦ ਤਫਰਕਾਤ ਹੋ ਸਕਦੇ ਨੇ, ਪਰ ਸੰਸਥਾਵਾਂ ਜਿਹੜੀਆਂ ਨੇ ਉਹ ਤਾਂ ਕੌਮ ਦੇ ਇੱਕ ਵੱਡੇ ਸਮਰਪਣ ਤੇ ਕੁਰਬਾਨੀਆਂ ਦੇ ਵਿੱਚੋਂ ਪੈਦਾ ਹੋਈਆਂ ਨੇ। ਸੋ ਉਹਨਾਂ ਨੂੰ ਤੋੜਨ ਦੀ ਲੋੜ ਵੀ ਹੈ। ਦੂਸਰਾ, ਜਿਸ ਸਾਹਿਤ ਦੇ ਵਿੱਚੋਂ ਉਹਨਾਂ ਸੰਸਥਾਵਾਂ ਦੀ ਘਾੜਤ ਘੜੀ ਜਾਂਦੀ ਹੈ,
ਜਾਂ ਜਿੱਥੇ ਉਹਨਾਂ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਹੈ, ਉਸ ਤਾਰੀਖੀ ਸਾਹਿਤ ਦੇ ਉੱਪਰ ਵੀ ਹਮਲਾ ਹੋ ਰਿਹਾ। ਫਿਰ ਸਿੱਖਾਂ ਦੀ ਜਿਹੜੀ ਇੱਕ ਆਇਡੈਂਟੀਟੀ ਹੈ, ਜਿਹੜਾ ਸਾਡਾ ਨਿਆਰਾਪਨ ਹੈ, ਉਸ ਨਿਆਰੇਪਨ ਨੂੰ ਬੜੇ ਸੂਖਮ ਤਰੀਕੇ ਦੇ ਨਾਲ ਖਤਮ ਕੀਤਾ ਜਾ ਰਿਹਾ। ਉਹਦੇ ਵਿੱਚ ਜੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹਾਂ, ਤੇ ਉਹਦੇ ਪਿੱਛੇ ਗੁਰਦੁਆਰਾ ਸੁਧਾਰ ਲਹਿਰ ਪਈ ਹੈ। ਗੁਰਦੁਆਰਾ ਸੁਧਾਰ ਲਹਿਰ ਦੇ ਪਿੱਛੇ ਸਿੱਖਾਂ ਦੀ ਚੇਤਨਤਾ ਪਈ ਹੈ। ਸੋ ਉਸ ਸਾਰੇ ਵਰਤਾਰੇ ਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਇੱਥੋਂ ਤੱਕ ਕਿ ਹੁਣ ਤਾਂ ਜਿਹੜੇ ਸਿੱਖਾਂ ਦੇ ਪੁਰਾਤਨ ਸਰੋਤ ਨੇ ਇਤਿਹਾਸ ਦੇ, ਬੇਸ਼ੱਕ ਉਹਨਾਂ ਦੇ ਵਿੱਚ ਵਿਪਰਵਾਦੀ ਮਿਲਾਵਟ ਹੈ, ਪਰ ਜਿਨ੍ਹਾਂ ਨੇ ਉਹਨਾਂ ਨੂੰ ਐਡਿਟ ਕੀਤਾ, ਮਿਸਾਲ ਦੇ ਤੌਰ ਤੇ ਐਗਜ਼ਾਮਪਲ ਦਿੰਦਾ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਸੰਪਾਦਿਤ ਕੀਤਾ, ਤਾਂ ਉਹਨਾਂ ਨੇ ਸੰਪਾਦਕੀ ਟਿੱਪਣੀਆਂ ਦੇ ਦਿੱਤੀਆਂ ਕਿ ਆਹ ਗੱਲ ਗੁਰਮਤਿ ਅਨੁਸਾਰੀ ਨਹੀਂ ਹੈ। ਤੇ ਹੁਣ ਇੱਕ ਪੱਖ ਜਿਹੜਾ ਇਹ ਕਹਿ ਰਿਹਾ ਕਿ ਪੋਸਟ ਐਡੀਟੋਰੀਅਲ, ਕਿ ਸੰਪਾਦਕੀ ਤੋਂ ਪਹਿਲਾਂ ਦੇ ਜਿਹੜੇ ਖਰੜੇ ਆ ਉਹਨਾਂ ਦੇ ਉੱਪਰ ਖੋਜ ਕੀਤੀ ਜਾਵੇ, ਜਿੱਥੇ ਸਿੱਖਾਂ ਨੂੰ ਇੱਕ ਬਹੁ ਗਿਣਤੀ ਧਰਮ ਦਾ ਹਿੱਸਾ ਜਿਹੜਾ ਉਹ ਦਰਸਾਇਆ ਜਾ ਸਕੇ। ਸੋ ਬੇਸ਼ੱਕ ਸਿੱਖਾਂ ਦੇ ਕਕਾਰਾਂ ਦੇ ਉੱਪਰ ਸਵਾਲ ਹੁੰਦਾ ਹੈ, ਬੇਸ਼ੱਕ ਦਰਬਾਰ ਸਾਹਿਬ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ, ਤੇ ਬੇਸ਼ੱਕ ਇਤਿਹਾਸ ਦੀ ਭੰਨ ਤੋੜ ਹੁੰਦੀ ਹੈ। ਇਹਨਾਂ ਸਾਰੇ ਵਰਤਾਰਿਆਂ ਨੂੰ ਤੁਹਾਨੂੰ ਇੱਕ ਮਰਕਜ਼ ਦੇ ਨਾਲ, ਇੱਕ ਖਾਸ ਸੋਚ ਦੇ ਨਾਲ ਜੋੜ ਕੇ ਵੇਖਣ ਦੀ ਲੋੜ ਹੈ। ਸੋ ਇਹ ਲੰਬੇ ਸਮੇਂ ਤੋਂ ਸਿਲਸਿਲਾ ਜਾਰੀ ਹੈ ਕਿ ਇਤਿਹਾਸ ਦੀ ਭੰਨ ਤੋੜ, ਤੇ ਖਾਸ ਕਰਕੇ ਸਿੱਖ ਇਤਿਹਾਸ ਦੇ ਉਹਨਾਂ ਵਰਤਾਰਿਆਂ ਦੀ ਜਿਹੜੀ ਭੰਨ ਤੋੜ ਕੀਤੀ ਜਾਵੇ ਜਿੱਥੇ ਉਹ ਕੌਮੀਅਤ ਨੂੰ ਗਲੋਰੀਫਾਈ ਕਰਦੇ ਨੇ, ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਮਿਲਾਵਟ ਕੀਤੀ ਜਾਵੇ, ਜਾਂ ਫਿਰ ਉਹਨਾਂ ਦੀ ਜਿਹੜੀ ਆ ਭੰਨ ਤੋੜ ਕੀਤੀ ਜਾਵੇ। ਅੱਜ ਤੋਂ ਤਕਰੀਬਨ 2 ਦਹਾਕੇ ਪਹਿਲਾਂ ਮੇਰੀ ਕਿਤਾਬ ਤੱਬੇ ਰੋਸ ਜਾਗਿਓ ਇਸੇ ਪੀੜਾ ਦੇ ਵਿੱਚੋਂ ਨਿਕਲਿਆ ਇੱਕ ਦਸਤਾਵੇਜ਼ ਸੀ, ਤੇ ਮੈਂ ਇਹੀ ਪ੍ਰਗਟ ਕਰਨ ਦਾ ਯਤਨ ਕੀਤਾ ਸੀ ਕਿ ਪਿਛਲੇ ਤਕਰੀਬਨ 70 ਸਾਲਾਂ ਦੇ ਵਿੱਚ ਜਿਹੜੀ ਸਿੱਖ ਇਤਿਹਾਸ ਦੀ ਭੰਨ ਤੋੜ ਕੀਤੀ ਜਾ ਰਹੀ ਹੈ, ਉਹਦੇ ਪਿੱਛੇ ਇੱਕ ਸੰਗਠਿਤ ਤੰਤਰ ਹੈ। ਉਹ ਕਿਹੜਾ ਹੈ ਤੇ ਉਹ ਕਿਸ ਤਰ੍ਹਾਂ ਦੇ ਨਾਲ ਯਤਨਸ਼ੀਲ ਹੈ। ਸੋ ਮੈਂ ਉਹਦੇ ਵਿੱਚ ਇਹੀ ਗੱਲ ਸਾਂਝਾ ਕਰਨ ਦਾ ਯਤਨ ਕੀਤਾ ਸੀ ਕਿ 80 ਸਾਲਾਂ ਦੇ ਵਿੱਚ, 70 ਸਾਲਾਂ ਦੇ ਵਿੱਚ ਜਿਹੜੀ ਸਾਡੇ ਇਤਿਹਾਸਕ ਸਰੋਤਾਂ ਦੀ ਭੰਨ ਤੋੜ ਹੋਈ ਹੈ, ਜਾਂ ਫਿਰ ਉਹਦੀ ਮਿਸ ਇੰਟਰਪ੍ਰੀਟੇਸ਼ਨ ਤੇ ਇੱਕ ਵੱਖਰਾ ਰੂਪ ਜਿਹੜਾ ਸਾਡੇ ਸਾਹਮਣੇ ਆ ਰਿਹਾ ਹੈ। ਬੇਸ਼ੱਕ ਉਸ ਕਿਤਾਬ ਦੇ ਵਿੱਚ ਕਰੀਬ 70 ਕੁ ਮੁੱਦਿਆਂ ਦੇ ਉੱਪਰ ਮੈਂ ਜਿਹੜਾ ਉਹ ਪ੍ਰਮਾਣ ਸਾਹਿਤ ਚਾਨਣਾ ਪਾਉਣ ਦਾ ਯਤਨ ਕੀਤਾ ਸੀ, ਪਰ ਇਹ ਕੋਈ ਪੂਰਾ ਕਾਰਜ ਨਹੀਂ ਹੈ, ਕਿਉਂਕਿ ਕੁਝ ਵਰਤਾਰਿਆਂ ਨੂੰ ਮੈਂ ਉਸ ਕਿਤਾਬ ਦੇ ਵਿੱਚ ਸਮੇਟਣ ਦਾ ਯਤਨ ਕੀਤਾ, ਪਰ ਇੱਕ ਖਾਸ ਵਕਤ ਤੱਕ। ਪਰ ਉਹ ਵਰਤਾਰੇ ਤਾਂ ਅਜੇ ਤੱਕ ਵੀ ਬਾਦਸਤੂਰ ਜਾਰੀ ਨੇ। ਅਜੇ ਤੱਕ ਵੀ ਇਤਿਹਾਸ ਦੀ ਭੰਨ ਤੋੜ ਜਾਂ ਵਰਤਾਰਿਆਂ ਦੇ ਪ੍ਰਤੀ ਇਤਿਹਾਸ ਦੀ ਜਿਹੜੀ ਪੇਸ਼ਕਾਰੀ ਹੈ, ਉਹ ਸਿੱਖਾਂ ਦੇ ਵਿਰੋਧ ਦੇ ਪ੍ਰਗਟ ਦੇ ਵਿੱਚ ਅਜੇ ਵੀ ਜਾਰੀ ਹੈ। ਹੁਣ ਉਹਦੇ ਵਿੱਚ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਲੈਕਚਰ ਕਰਕੇ ਜਾਂ ਇੱਕ ਕਿਤਾਬ ਲਿਖਣ ਤੋਂ ਬਾਅਦ ਅਸੀਂ ਮੁਕਤ ਹੋ ਗਏ, ਅਸੀਂ ਜਵਾਬ ਦੇ ਦਿੱਤਾ, ਪਰ ਨਹੀਂ। ਜਿਹੜਾ ਸਾਡਾ ਵਿਰੋਧੀ ਤੰਤਰ ਹੈ, ਉਹ ਇਹ ਪ੍ਰਕਾਸ਼ਨਾਮਾ ਲਗਾਤਾਰ ਜਿਹੜਾ ਉਹ ਮਾਰਕੀਟ ਦੇ ਵਿੱਚ ਲੈ ਕੇ ਆ ਰਿਹਾ। ਕਿਤਾਬ 2, 4, 5, 10,000 ਵਿਕੀ, 1,000 ਦਾ ਐਡੀਸ਼ਨ ਜਿਹੜਾ ਸੀ ਉਹ ਛਪ ਗਿਆ, ਪਰ ਜਿਹੜੀਆਂ ਉਹਨਾਂ ਵੱਲੋਂ ਕਿਤਾਬਾਂ ਆ ਰਹੀਆਂ ਨੇ ਉਹਨਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ, ਉਹਨਾਂ ਦੀ ਅਪਰੋਚ ਲੱਖਾਂ ਲੋਕਾਂ ਤੱਕ ਹੈ। ਸੋ ਸਾਨੂੰ ਕਿਤੇ ਨਾ ਕਿਤੇ ਬਹੁਤ ਹੀ ਚੇਤਨਤਾ ਦੇ ਨਾਲ ਇਸ ਸਾਰੇ ਵਰਤਾਰੇ ਨੂੰ ਵੇਖਣ ਦੀ ਲੋੜ ਹੈ। ਅਸੀਂ ਤਾਂ ਕੁਝ ਕਾਰਜ ਕਰਨ ਉਪਰੰਤ ਅਵੇਸਲੇ ਹੋ ਜਾਂਦੇ ਹਾਂ, ਪਰੰਤੂ ਸਾਜ਼ਿਸ਼ੀ ਬਿੱਦ ਦੇ ਨਾਲ ਸਰਗਰਮ ਜਥੇਬੰਦਕ ਢਾਂਚਾ ਜਿਹੜਾ ਉਹ ਲਗਾਤਾਰ ਤਵਾਰੀਖੀ ਜਿਹੜੀ ਭੰਨ ਤੋੜ ਹੈ ਉਹਦੇ 'ਚ ਸਰਗਰਮ ਹੈ, ਤੇ ਸਿੱਖ ਇਤਿਹਾਸ ਦੇ ਸੁਨਹਿਰੀ ਪੱਤਰਿਆਂ ਨੂੰ ਧੁੰਦਲਾ ਕਰਨ ਦੀ ਜਿਹੜੀ ਆ ਉਹ ਯਤਨ ਕੀਤੇ ਜਾ ਰਹੇ ਨੇ। ਇੱਕ ਹਮਲੇ ਦੀ ਇੱਕ ਪਾਸੜ ਜਿਹੜੀ ਹੈ ਉਹ ਅਸੀਂ ਸੋਚ ਰੱਖਦੇ ਹਾਂ ਕਿ ਇਹ ਹਮਲਾ ਹੋਇਆ, ਇਸ ਤਰ੍ਹਾਂ ਦੇ ਨਾਲ ਹੋਇਆ, ਪਰ ਅਸੀਂ ਜਿਹੜਾ ਬਹੁ ਦਿਸ਼ਾਵੀ ਚਿੰਤਨ ਜਿਹੜਾ ਉਹ ਕਰਨਾ ਛੱਡ ਦਿੱਤਾ ਹੈ ਕਿ ਇਹ ਜਿਹੜੇ ਬਹੁਤ ਸਾਰੇ ਸਿੱਖ ਵਿਚਾਰਧਾਰਾ ਦੇ ਉੱਪਰ ਹਮਲੇ ਨੇ ਜਾਂ ਜਿਸ ਤਰ੍ਹਾਂ ਦੇ ਨਾਲ ਹੁੰਦੇ ਨੇ, ਉਹਨਾਂ ਦਾ ਨਿਸ਼ਾਨਾ ਇੱਕ ਕੇਂਦਰ, ਇੱਕ ਖਾਸ ਮਾਨਸਿਕਤਾ ਦੇ ਵਿੱਚੋਂ ਪੈਦਾ ਹੁੰਦਾ ਹੈ ਕਿ ਸਿੱਖਾਂ ਦੀ ਸਾਂਝੀ ਅਤੇ ਸਮੂਹਿਕ ਚੇਤਨਤਾ ਦਾ ਸੋਮਾ ਅਕਾਲ ਤਖਤ ਸਾਹਿਬ ਜਾਂ ਫਿਰ ਸਿੱਖਾਂ ਦੇ ਜਿਹੜੇ ਪ੍ਰਬੰਧਕੀ ਢਾਂਚੇ ਨੇ ਬਦਨਾਮ ਵੀ ਕੀਤਾ ਜਾਵੇ, ਸਿੱਖਾਂ ਨੂੰ ਨਾਲੋਂ ਤੋੜ ਵੀ ਦਿੱਤਾ ਜਾਵੇ, ਹੌਲੀ ਹੌਲੀ ਉਹ ਜਿਹੜੇ ਉਹ ਖਤਮ ਕਰ ਦਿੱਤੇ ਜਾਣ, ਭਾਵੇਂ ਕਿ ਉਸ ਪ੍ਰਬੰਧਕੀ ਢਾਂਚੇ ਤੇ ਪ੍ਰਬੰਧਕਾਂ ਦੇ ਨਾਲ ਮੇਰੇ ਤਫਰਕਾਤ ਤੁਹਾਡੇ ਨਾਲੋਂ ਵੱਧ ਹੋ ਸਕਦੇ ਨੇ। ਪਰ ਸਾਨੂੰ ਇਹ ਵੇਖਣਾ ਪਵੇਗਾ ਕਿ ਇਹ ਸੰਸਥਾਵਾਂ ਜਿਹੜੀਆਂ ਨੇ ਇਹ ਸਾਡੀਆਂ ਹੀ ਨੇ, ਔਰ ਜੇਕਰ ਅੱਜ ਇਹ ਟੁੱਟਦੀਆਂ ਨੇ ਤਾਂ ਕਿਤੇ ਨਾ ਕਿਤੇ ਸਿੱਖਾਂ ਦਾ ਸੰਗਠਨ ਢਾਂਚਾ ਜਿਹੜਾ ਜਾਂ ਸਿੱਖਾਂ ਦੀ ਜਿਹੜੀ ਸਮੂਹਿਕ ਚੇਤਨਤਾ ਹੈ ਉਹਨੂੰ ਤੋੜਨਾ ਬਹੁਤ ਸੌਖਾ ਹੋ ਜਾਂਦਾ ਹੈ। ਜੇਕਰ ਬੌਧਿਕ ਜਾਂ ਵਿਚਾਰਧਾਰਕ ਹਮਲੇ ਦੀ ਇੱਕ ਵਿਸ਼ੇਸ਼ ਯੋਜਨਾਬੱਧ ਤਰੀਕੇ ਦੇ ਨਾਲ ਸਾਨੂੰ ਇਹ ਸਮਝ ਨਹੀਂ ਪੈਂਦੀ, ਅਸੀਂ ਸਹਿਜ ਤੇ ਸੰਜਮ ਜਾਂ ਤੀਖਣ ਬੁੱਧੀ ਦੇ ਨਾਲ ਵਿਸ਼ਲੇਸ਼ਣ ਤੇ ਨਿਵਾਰਨ ਦੀ ਦਿਸ਼ਾ ਵੱਲ ਨਹੀਂ ਤੁਰਦੇ, ਤਾਂ ਮੇਰੇ ਖਿਆਲ ਦੇ ਨਾਲ ਅਸੀਂ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਜ਼ਰੂਰ ਅਸਫਲ ਹੋਵਾਂਗੇ ਕਿ ਅਸੀਂ ਆਪਣੇ ਵਿਰਸੇ ਨੂੰ ਸੰਭਾਲ ਨਹੀਂ ਸਕੇ। ਸੋ ਸਭ ਤੋਂ ਪਹਿਲਾਂ ਤਾਂ ਇਹਦਾ ਪ੍ਰਗਟ ਰੂਪ ਸਮਝਣਾ ਚਾਹੀਦਾ। ਉਸ ਪ੍ਰਗਟ ਰੂਪ ਦੇ ਵਿੱਚ ਉਹ ਤੱਤ ਸਮਝਣਾ ਚਾਹੀਦਾ ਹੈ ਕਿ ਜਿਹਦਾ ਮਕਸਦ
ਸਾਡੀ ਸਰਬ ਸਾਂਝੀ ਵਾਲਸਦਾਇਨ ਦੀ ਜਿਹੜੀ ਵਿਚਾਰਧਾਰਾ ਜਾਂ ਉਹ ਜਿਹੜਾ ਸਿਧਾਂਤ ਆ ਉਹਨੂੰ ਰਾਸ਼ਟਰ ਵਿਰੋਧੀ ਦੇ ਰੂਪ ਚ ਪੇਸ਼ ਕਰਨਾ, ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਬੇਸ਼ੱਕ ਕਿ ਜਿਹੜੇ ਧਰਮ ਦੇ ਇਸ ਤਰ੍ਹਾਂ ਦੇ ਤੱਤ ਹੁੰਦੇ ਨੇ ਉਹ ਕਿਸੇ ਵੀ ਜਗ੍ਹਾ ਦੇ ਉੱਪਰ ਕਿਸੇ ਰਾਸ਼ਟਰੀ ਦਾਇਰੇ ਦੇ ਵਿੱਚ ਨਹੀਂ ਆਉਂਦੇ, ਨਾ ਹੀ ਜਿਹੜੇ ਧਰਮ ਦੇ ਰਹਿਬਰ ਹੁੰਦੇ ਨੇ ਉਹ ਰਾਸ਼ਟਰ ਨਾਇਕ ਹੁੰਦੇ ਨੇ, ਕਦੀ ਵੀ ਇੰਜ ਨਹੀਂ ਹੁੰਦਾ। ਪਰ ਜੇਕਰ ਤੁਸੀਂ ਆਪਣੇ ਉਸ ਮਰਕਜ਼ ਦੇ ਉੱਪਰ ਵਾਪਰੇ ਵਰਤਾਰਿਆਂ ਨੂੰ ਵੇਖੋਗੇ ਤਾਂ ਤੁਹਾਨੂੰ ਸੂਖਮਤਾ ਦੇ ਨਾਲ ਅਧਿਐਨ ਕਰਨਾ ਪਊਗਾ। ਆ ਕੁਝ ਹੀ ਦਿਨ ਹੋਏ ਨੇ, ਮੈਂ ਕੁਝ ਵਰਤਾਰੇ ਤੁਹਾਡੇ ਨਾਲ ਸਾਂਝੇ ਕਰਨੇ ਨੇ। ਉਹਨਾਂ ਵਰਤਾਰਿਆਂ ਦੇ ਪਿੱਛੇ ਜਿਹੜਾ ਤੰਤਰ ਹੈ, ਜੇਕਰ ਤੁਸੀਂ ਉਹਨੂੰ ਸਮਝਣ ਦਾ ਯਤਨ ਨਹੀਂ ਕਰੋਗੇ ਤਾਂ ਮਾਫ ਕਰਨਾ, ਮੈਂ ਜਿਹੜੀ ਆਰੰਭ 'ਚ ਗੱਲ ਕਹੀ ਸੀ ਕਿ ਸੁਰਤ ਦੇ ਖਾਨਿਆਂ ਦੇ ਵਿੱਚੋਂ ਵੱਖ-ਵੱਖ ਵਰਤਾਰਿਆਂ ਦੇ ਉੱਪਰ ਵੱਖ-ਵੱਖ ਜਵਾਬ, ਉਹਦਾ ਪ੍ਰਤੀਕਰਮ ਜਾਂ ਪੇਸ਼ਕਾਰੀ ਤਾਂ ਕੀਤੀ ਜਾ ਸਕਦੀ ਹੈ, ਪਰ ਉਸ ਤੰਤਰ ਨੂੰ ਸਮਝਣਾ ਬਹੁਤ ਔਖਾ ਹੈ। ਇੱਕ ਬੱਚੀ ਦਰਬਾਰ ਸਾਹਿਬ ਆਉਂਦੀ ਹੈ, ਉਹਦੇ ਚਿਹਰੇ ਦੇ ਉੱਪਰ ਇੱਕ ਝੰਡੇ ਦਾ ਨਿਸ਼ਾਨ ਹੈ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਵੱਲੋਂ ਗੋਲ-ਮੋਲ ਜਿਹਾ ਸਪਸ਼ਟੀਕਰਨ ਦਿੱਤਾ ਜਾਂਦਾ ਹੈ ਕਿ ਇਸ ਨੂੰ ਦੇਸ਼ ਦਾ ਝੰਡਾ ਨਹੀਂ ਕਿਹਾ ਜਾ ਸਕਦਾ, ਇਹਦੇ ਵਿੱਚ ਚੱਕਰ ਨਹੀਂ ਬਣਿਆ। ਪਰ ਉਹਦੇ ਤੋਂ ਬਾਅਦ ਫਿਰ ਵਰਤਾਰਾ ਕੀ ਵਾਪਰਦਾ ਹੈ ਕਿ ਫਿਰ ਇੱਕ ਨੌਜਵਾਨ ਉਸ ਝੰਡੇ ਦੇ ਚੱਕਰ ਬਣਾ ਕੇ ਲੈ ਕੇ ਆਉਂਦਾ ਹੈ। ਦੋਹਾਂ ਵਰਤਾਰਿਆਂ 'ਚ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਔਰ ਤੁਸੀਂ ਵੇਖਦੇ ਹੋ ਕਿ ਪਹਿਲੀ ਦੇ ਵਿੱਚ ਉਹ ਬੱਚੀ ਦਾ ਇੱਕ ਮਾਫੀਨੁਮਾ ਸਪਸ਼ਟੀਕਰਨ ਆ ਜਾਂਦਾ, ਪਰ ਉਹਦੇ ਵਿੱਚ ਵੀ ਇੱਕ ਸ਼ਬਦ ਨੂੰ ਸਮਝਣ ਦੀ ਲੋੜ ਹੈ। वो कहती है कि मैं इतनी बड़ी नहीं हूँ कि बड़े लोग मुझसे माफ़ी मांगे, कि माफ़ी तुसी मांग रहे हो। पीड़ित धिर नूं कहा जा रहा है कि तुसी माफ़ी मांग रहे हो, जिन्हां दे रूहानीयत दे मरकज़ श्री दरबार साहब दे उपर इस तरह की वीडियोग्राफी करके एक वड्डा मीडिया का जिहड़ा सैक्शन है वो सिखां नूं बदनाम करन दा यतन करता है। पर उन्हां माफ़ी दे शब्दां वल भी ध्यान देण दी कोशिश करो, यतन करो। ठीक है, मैं कहना है कि सिखां दा हिरजा बड़ा विशाल है। असी जो शरण आए तिस कंठ लाए, ये बिरध स्वामी संधा असी इस विचारधारा दे धारनी है। ठीक है, उस तो बाद साडे वीरां ने जिहड़ियां सीगियां बहुत सारियां वीडियो या फिर लिख के सोशल मीडिया के उपर पेश कर दिता कि ठीक है बच्ची ने माफ़ी मंग ली, चंगी गल, मैं भी इसनूं चंगी गल कहना। पर उहदे तो बाद फिर एक घटना वापरदी है, फिर एक नौजवान आउंदा है, वो बकायदा उस झंडे दे विच देश के झंडे दे चक्कर भी बना के लैके आउंदा है, फिर उहदी वीडियोग्राफी करदा है। ਇਹਦਾ ਮਕਸਦ ਕੀ ਹੈ? ਇਹਦਾ ਮਕਸਦ ਸ਼ਰਧਾ ਹੈ ਜਾਂ ਸ਼ਰਾਰਤ? ਸੋ ਸਾਨੂੰ ਇਹ ਸਮਝਣਾ ਦੀ ਲੋੜ ਪਵੇਗੀ ਕਿ ਸਭ ਤੋਂ ਪਹਿਲਾਂ ਮਰਕਜ਼ ਜਿਹੜਾ ਹੈ ਉਸ ਮਰਕਜ਼ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਬਦਨਾਮ ਕਰਨ ਦੇ ਵਾਸਤੇ ਜਿਹੜੀਆਂ ਸ਼ਰਾਰਤਾਂ ਨੇ ਉਹਨਾਂ ਦੇ ਪਿੱਛੇ ਤੰਤਰ ਕਿਹੜਾ। ਇਹਦਾ ਦੂਸਰਾ ਰੂਪ ਇੱਕ ਹੋਰ, ਉਹ ਹੈ ਸਾਡੀ ਵਿਚਾਰਧਾਰਕ ਪਰੰਪਰਾ ਦੇ ਉੱਪਰ ਬੌਧਿਕ ਹਮਲਾ। ਜਿਹੜੀ ਪਰੰਪਰਾ ਇਹਨਾਂ ਪਾਕ ਪਵਿੱਤਰ ਅਸਥਾਨਾਂ ਦੀ ਰਾਖੀ ਕਰਨ ਦੇ ਸਮੇਂ ਆਪਾ ਸਮਰਪਣ ਕਰਨ ਤੇ ਕੁਰਬਾਨੀ ਦੇ ਉੱਪਰ ਖੜੀ ਹੈ, ਉਹ ਹੈ ਸਾਡੀ ਨਿਆਰਾਪਨ, ਸਾਡੀ ਵਿਲੱਖਣ ਵਿਚਾਰਧਾਰਾ ਤੇ ਜਿਹਦੀ ਨੁਮਾਇੰਦਗੀ ਕਰਦੇ ਨੇ ਖਾਲਸੇ ਦੇ 5 ਕਕਾਰ। ਸੋ ਉਹਨਾਂ ਨੂੰ ਜਿਹੜੀ ਹੈ ਉਹ ਚੁਣੌਤੀ ਦੇਣ ਦਾ ਯਤਨ ਕੀਤਾ ਜਾ ਰਿਹਾ ਔਰ ਇਹ ਸਿੱਧ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੀ ਨੇ ਸਾਡੀ ਸਿੱਖਾਂ ਦੀ ਨਿਆਰੇਪਨ ਤੇ ਵੱਖਰੀ ਪਛਾਣ ਦਾ ਹਿੱਸਾ ਸਾਡੇ 5 ਕਕਾਰ ਇਹ ਤਾਂ ਅੰਗਰੇਜ਼ਾਂ ਦੀ ਦੇਣ ਹੈ। ਔਰ ਉਸ ਦੇ ਪਿੱਛੇ ਮਕਸਦ ਇਹ ਹੈ ਕਿ ਜਦੋਂ ਤੁਹਾਡੀ ਵਿਲੱਖਣਤਾ ਦੇ ਚਿੰਨ੍ਹ ਜਿਹੜੇ ਨੇ ਜਾਂ ਵਿਲੱਖਣਤਾ ਦੇ ਜਿਹੜੇ ਨਿਸ਼ਾਨ ਨੇ ਜਦੋਂ ਉਹ ਖਤਮ ਕੀਤੇ ਜਾਣਗੇ ਤਾਂ ਕਿਤੇ ਨਾ ਕਿਤੇ ਉਹਦੇ ਨਾਲ ਹੀ ਜਦੋਂ ਤੁਹਾਡੇ ਸਾਹਿਤ ਦਾ ਕਹਿ ਸਕਦੇ ਹੋ ਕਿ ਮੁਲਾਂਕਣ ਫਿਰ ਕਰਨਾ ਸ਼ੁਰੂ ਹੋਵੇਗਾ, ਨਵੀਆਂ ਪੇਸ਼ ਕਰਨੀਆਂ ਆਉਣਗੀਆਂ, ਤਾਂ ਉਹਦੇ ਵਿੱਚ ਜਿੱਥੇ ਸਾਡੀਆਂ ਸੰਸਥਾਵਾਂ ਨੂੰ ਖਤਮ ਕੀਤਾ ਜਾਵਾਂਗੇ ਉਹਦੇ ਨਾਲ ਹੀ ਸਾਡਾ ਉਹ ਸਾਹਿਤ ਜਾਂ ਸਾਡੇ ਉਹ ਇਤਿਹਾਸਕ ਸਰੋਤ ਜਿਹੜੇ ਸਾਡੇ ਨਿਆਰੇਪਨ ਦੀ ਗੱਲ ਕਰਦੇ ਨੇ ਉਹਨਾਂ ਨੂੰ ਹੌਲੀ ਹੌਲੀ ਜਿਹੜਾ ਉਹ ਖਤਮ ਕੀਤਾ ਜਾਵੇਗਾ। ਇਹ ਉਹਦਾ ਦੂਸਰਾ ਰੂਪ ਹੈ। ਇਹਦਾ ਤੀਸਰਾ ਰੂਪ ਹੈ ਕਿ ਇਹਨਾਂ ਸਾਰੇ ਅਸਥਾਨਾਂ ਦੀ ਜਿਹੜੀ ਹੋਂਦ ਹੈ ਉਹਦੇ ਉੱਤੇ ਦਾਅਵਾ ਤੇ ਉਸ ਦਾਅਵੇ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਕਿ ਇਹਨਾਂ ਅਸਥਾਨਾਂ ਤੋਂ ਜਾਂ ਇਸ ਜਿਹੜੇ ਸਾਡੇ ਰਹਿਬਰ ਉਹਨਾਂ ਦੀ ਵਿਚਾਰਧਾਰਾ ਜਾਂ ਜਿਹੜੇ ਸਾਡੇ ਪਵਿੱਤਰ ਅਸਥਾਨ ਇਹਨਾਂ ਤੋਂ ਅਗਵਾਈ ਲੈ ਕੇ ਤੁਰੇ ਸੰਘਰਸ਼ ਦੇ ਵਿੱਚ ਆਉਣ ਵਾਲੇ ਜਾਂ ਫਿਰ ਨਿਆਰੇਪਨ ਦੀ ਸੰਘਰਸ਼ ਕਰਨ ਵਾਲੇ ਜਿਹੜੇ ਉਹ ਸਿੱਖ ਜਾਂ ਜਿਹੜੀ ਉਹ ਸਿੱਖ ਵਿਚਾਰਧਾਰਾ ਹੈ ਉਹਨੂੰ ਹੌਲੀ ਹੌਲੀ ਖਤਮ ਕਿਵੇਂ ਕਰਨਾ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਕੁਝ ਸਮਾਂ ਪਹਿਲਾਂ ਇੱਕ ਰਾਸ਼ਟਰੀ ਸਵੈਮ ਸੇਵਕ ਸੰਘ ਜਿਸ ਨੂੰ RSS ਕਿਹਾ ਜਾਂਦਾ, ਉਹਦੇ ਵੱਲੋਂ ਆਪਣੇ ਇੱਕ ਮੈਗਜ਼ੀਨ ਦੇ ਵਿੱਚ ਛਾਪਿਆ ਗਿਆ
ਕਿ 1947 ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਹੈ ਤੇ ਮੁਸਲਮਾਨਾਂ ਦੇ ਵੱਲੋਂ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨ ਦਾ ਯਤਨ ਕੀਤਾ ਗਿਆ ਤੇ ਆਰਐਸਐਸ ਦੇ ਵੱਲੋਂ, ਸੰਘ ਦੇ ਵੱਲੋਂ ਜਿਹੜੀ ਸੀ ਉਸ ਦੀ ਰਖਵਾਲੀ ਕੀਤੀ ਗਈ। ਬੇਸ਼ੱਕ ਕਿ ਇਸ ਝੂਠ ਦੇ ਬਾਰੇ ਉਸ ਸਮੇਂ ਸਾਡੇ ਬਹੁਤ ਸਾਰੇ ਲੇਖਕਾਂ ਨੇ, ਸਿੱਖ ਸੁਹਿਰਦ ਲੇਖਕਾਂ ਨੇ ਬੜੇ ਵਧੀਆ ਰੂਪ ਦੇ ਵਿੱਚ ਉਹਦੇ ਖੁਲਾਸੇ ਕਰ ਦਿੱਤੇ, ਭਾਵੇਂ ਕਿ ਇਹ ਵੀ ਇੱਕ ਇਤਿਹਾਸਕ ਸੱਚ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਦੋਂ ਮਿਸਟਰ ਮੈਟਕਾਫ ਅੰਮ੍ਰਿਤਸਰ ਆਇਆ ਸੀ ਤੇ ਉਹਦੇ ਨਾਲ ਇੱਕ ਸ਼ੀਆ ਮੁਸਲਮਾਨਾਂ ਦੀ ਪਲਟਨ ਸੀ। ਉਹਨਾਂ ਨੇ ਉਦੋਂ ਮੁਹੱਰਮ ਦੇ ਦਿਨ ਸੀ, ਕੁਦਰਤੀ ਮੁਹੱਰਮ ਕੱਢ ਕੇ ਉੱਥੇ ਉਹਨਾਂ ਨੇ ਹਜ਼ਰਤ ਅਲੀ ਦੇ ਸਬੰਧ ਵਿੱਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਕੁਝ ਸਿੰਘਾਂ ਨੇ ਰੋਕਿਆ, ਰੋਕਣ ਤੋਂ ਬਾਅਦ ਕੁਦਰਤੀ ਉਸ ਹੱਥੋਂ ਪਾਈ ਦੇ ਵਿੱਚ ਇੱਕ ਸਿੰਘ ਦੀ ਜਿਹੜੀ ਸੀ ਦਸਤਾਰ ਲੈ ਗਈ ਤੇ ਉਸ ਸਮੇਂ ਅਕਾਲੀ ਫੂਲਾ ਸਿੰਘ ਨੂੰ ਇਸ ਗੱਲ ਦਾ ਬੜਾ ਗੁੱਸਾ ਆਇਆ। ਉਹ ਆਪਣੇ ਕੁਝ ਸਾਥੀਆਂ ਸਮੇਤ ਉੱਥੇ ਆਏ ਤੇ ਉਸ ਸਮੇਂ ਜਿਹੜਾ ਸੀਗਾ ਕਹਿ ਸਕਦੇ ਹੋ ਕਿ ਤਲਵਾਰ ਚੱਲੀ। ਉਸ ਤਲਵਾਰ ਬਾਜੀ ਦੇ ਵਿੱਚ ਬਹੁਤ ਸਾਰੇ ਜਲੂਸ ਕੱਢਣ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਦਾ ਕਤਲੋਗਾਰਤ ਵੀ ਹੋਈ ਔਰ ਬਕਾਇਦਾ ਤੌਰ ਦੇ ਉੱਪਰ ਫਿਰ ਮੈਟਕਾਫ ਜਿਹੜਾ ਉਹ ਰਣਜੀਤ ਸਿੰਘ ਦੇ ਕੋਲ, ਮਹਾਰਾਜਾ ਰਣਜੀਤ ਸਿੰਘ ਕੋਲ ਇਸ ਗੱਲ ਦਾ ਇਤਰਾਜ਼ ਵੀ ਪ੍ਰਗਟ ਕਰਦਾ ਹੈ ਕਿ ਮੇਰੇ ਨਾਲ ਆਈ ਜਿਹੜੀ ਪਲਟਨ ਹੈ ਤੇ ਉਹਦੇ ਵਿੱਚੋਂ ਕੁਝ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਤੁਹਾਡੇ ਅਕਾਲੀ ਸਿੰਘਾਂ ਦੇ ਵੱਲੋਂ। ਤੇ ਮਹਾਰਾਜਾ ਰਣਜੀਤ ਸਿੰਘ ਉਸ ਨੂੰ ਸਮਝਾਉਂਦੇ ਨੇ ਕਿ ਇਹ ਜਿਹੜੇ ਅਕਾਲੀ ਫੌਜ ਜਾਂ ਜਿਹੜੇ ਸਿੱਖ ਨੇ ਇਹ ਦਰਬਾਰ ਸਾਹਿਬ ਦੇ ਨੇੜੇ ਕਿਸੇ ਵੀ ਤਰ੍ਹਾਂ ਇਵੇਂ ਦੀ ਬੇਹੁਰਮਤੀ ਜਿਹੜੀ ਉਸ ਨੂੰ ਬਰਦਾਸ਼ਤ ਨਹੀਂ ਕਰਦੇ। ਔਰ ਉਸ ਤੋਂ ਬਾਅਦ ਮੁਹੱਰਮ ਦਾ ਜਿਹੜਾ ਇਹਨਾਂ ਵੱਲੋਂ ਜਲੂਸ ਕੱਢਿਆ ਜਾਂਦਾ ਸੀ ਜਾਂ ਜਿਹੜਾ ਉਹ ਇਹਨਾਂ ਦਾ ਮਾਰਚ ਜਾਂ ਇਕੱਠ ਜਾਂ ਫਿਰ ਇਹਨਾਂ ਦਾ ਸੰਗਠਿਤ ਰੂਪ ਦੇ ਵਿੱਚ ਜਿਹੜਾ ਉੱਥੋਂ ਹੋਣਾ ਸੀਗਾ ਦਰਬਾਰ ਸਾਹਿਬ ਦੇ ਨੇੜੇ, ਉਹ ਨਹੀਂ ਕੀਤਾ ਜਾਂਦਾ। ਤੇ ਕੋਈ ਇੱਕ ਵੀ ਮਿਸਾਲ ਸਾਨੂੰ ਇਸ ਤਰ੍ਹਾਂ ਦੀ ਨਹੀਂ ਮਿਲਦੀ ਕਿ ਸੰਗਠਿਤ ਤੌਰ ਤੇ ਉੱਪਰ ਮੁਸਲਮਾਨਾਂ ਦੇ ਵੱਲੋਂ ਦਰਬਾਰ ਸਾਹਿਬ ਦੇ ਉੱਪਰ 1947 ਦੇ ਦੌਰਾਨ ਹਮਲਾ ਕਰਨ ਦਾ ਜਿਹੜਾ ਉਹ ਯਤਨ ਕੀਤਾ ਗਿਆ ਹੋਵੇ, ਕਿਉਂਕਿ ਬਹੁਤ ਸਾਰੇ ਮੁਸਲਮਾਨ ਦਰਬਾਰ ਸਾਹਿਬ ਦੇ ਪ੍ਰਤੀ ਵੀ ਬੜੀ ਇੱਕ ਪਵਿੱਤਰ ਸ਼ਰਧਾ ਭਾਵਨਾ ਜਿਹੜੀ ਉਹ ਰੱਖਦੇ ਨੇ। ਪਰ ਸੰਘ ਦੇ ਵੱਲੋਂ ਇਹ ਆਪਣੇ ਵੱਲੋਂ ਇੱਕ ਕਹਿ ਸਕਦੇ ਹੋ ਕਿ ਪ੍ਰਸੰਗ ਸਿਰਜ ਦਿੱਤਾ ਗਿਆ ਕਿ 1947 ਦੇ ਵਿੱਚ ਜੇਕਰ ਆਰਐਸਐਸ ਦੇ ਵਰਕਰ ਜਿਹੜੇ ਨੇ ਦਰਬਾਰ ਸਾਹਿਬ ਦੀ ਰੱਖਿਆ ਨਾ ਕਰਦੇ ਤਾਂ ਦਰਬਾਰ ਸਾਹਿਬ ਦੇ ਉੱਪਰ ਮੁਸਲਮਾਨਾਂ ਨੇ ਹਮਲਾ ਕਰਕੇ ਇਸ ਨੂੰ ਬੇਅਦਬ ਕਰ ਦੇਣਾ ਸੀ। ਸੋ ਇਹਦੇ ਸਾਰੀਆਂ ਘਟਨਾਵਾਂ ਨੂੰ ਸਮਝਣ ਦਾ ਯਤਨ ਕਰੋ ਕਿਰਪਾ ਕਰਕੇ, ਔਰ ਇਹਨਾਂ ਸਾਰੀਆਂ ਘਟਨਾਵਾਂ ਨੂੰ ਇੱਕ ਢਾਂਚੇ 'ਚ ਵੇਖਣ ਦਾ ਯਤਨ ਕਰੋ। ਮੈਂ ਆਰੰਭ 'ਚ ਬਾਰ-ਬਾਰ ਬੇਨਤੀਆਂ ਕਰ ਰਿਹਾ ਕਿ ਅਸੀਂ ਘਟਨਾਵਾਂ ਨੂੰ ਸੁਰਤ ਦੇ ਖਾਨਿਆਂ ਦੇ ਵਿੱਚੋਂ ਵੇਖ ਰਹੇ ਹਾਂ, ਇਹਨਾਂ ਨੂੰ ਸਮੂਹਿਕ ਰੂਪ 'ਚ ਵੇਖਣ ਦਾ ਯਤਨ ਕਰੋ। ਇੱਕ ਬੱਚੀ ਦਾ ਆਉਣਾ, ਵੀਡੀਓਗ੍ਰਾਫੀ ਹੋਣੀ ਉਸ ਸਥਾਨ ਦੇ ਉੱਪਰ, ਉਸ ਤੋਂ ਬਾਅਦ ਇੱਕ ਨੌਜਵਾਨ ਦਾ ਆਉਣਾ, ਵੀਡੀਓਗ੍ਰਾਫੀ ਹੋਣੀ, ਉਹਦੇ 'ਚ ਇੱਕ ਸ਼ਰਾਰਤ ਜਿਹੜੀ ਉਹ ਨਜ਼ਰ ਆਉਣੀ, ਉਸ ਤੋਂ ਬਾਅਦ ਇੱਕ ਤਰ੍ਹਾਂ ਦਾ ਸਾਹਿਤ ਜਿਹੜਾ ਉਹ ਆਉਣਾ ਕਿ ਦਰਬਾਰ ਸਾਹਿਬ ਦੀ ਰੱਖਿਆ ਅਸੀਂ ਕਰਦੇ ਰਹੇ, ਉੱਤੇ ਦਾਅਵਾ ਪੇਸ਼ ਕਰਨਾ। ਉਹਦੇ ਨਾਲ ਇਹ ਗੱਲ ਆ ਜਾਣੀ ਫਿਰ ਕਿ ਦਰਬਾਰ ਸਾਹਿਬ ਦੀ ਜਿਹੜੀ ਪਾਵਨ ਪਵਿੱਤਰ ਵਿਚਾਰਧਾਰਾ ਉਹਦੇ ਤੋਂ ਜਿਹੜੀ ਸਿੱਖਿਆ ਲੈ ਕੇ ਜਿਹੜੇ ਇਸ ਵਿਲੱਖਣਤਾ ਦੇ ਵਾਸਤੇ ਜੂਝੇ ਨੇ ਉਹਨਾਂ ਦੀਆਂ ਉਹਨਾਂ ਸ਼ਹਾਦਤਾਂ ਨੂੰ ਨਜ਼ਰ ਅੰਦਾਜ਼ ਕਰਨਾ। ਆ ਤੁਸੀਂ ਵੀਡੀਓ ਤੇ ਸੁਣ ਸਕਦੇ ਹੋ। सारे देश ने देखा जब विपत्ति आई, जब आपत्ति आई तो कौन सामने आकर खड़ा हुआ। पाकिस्तान के कबायलियों ने जब कश्मीर के ऊपर आक्रमण किया, हिंदुस्तान की भारत की सेना असहाय, ना राशन है, ना गोला, ना बारूद। तब राष्ट्रीय स्वयंसेवक संघ के प्रचारकों ने राशन पहुंचाना शुरू किया, गोला बारूद पहुंचाना शुरू किया और उनकी वो हुण इस वीडियो दे विच ਇਸ ਬੀਬੀ ਨੇ ਇਹ ਪੱਖ ਰੱਖਿਆ ਕਿ ਜਦੋਂ 1947 ਦੇ ਵਿੱਚ ਕਬਾਇਲੀ ਹਮਲਾ ਹੋਇਆ ਤਾਂ ਉਸ ਵੇਲੇ ਸੰਘ ਦੇ ਵਰਕਰਾਂ ਨੇ ਜਿਹੜੀ ਸੀਗੀ ਉਹ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ। ਮੈਂ ਅੱਜ ਤੋਂ 10 ਸਾਲ ਪਹਿਲਾਂ ਇਹਦੇ ਉੱਪਰ ਇੱਕ ਡਾਕੂਮੈਂਟਰੀ ਬਣਾਈ ਸੀ, ਸੰਤਾਪ 1947, ਜਿਹੜੀ ਮੈਂ ਵੈਬਸਾਈਟ ਦਾ ਤੁਹਾਨੂੰ ਲਿੰਕ ਦੇ ਰਿਹਾ, ਤੁਸੀਂ ਵੇਖ ਸਕਦੇ ਹੋ। ਉਹ ਸਾਰੀ ਡਾਕੂਮੈਂਟਰੀ ਉਹਦੇ 'ਚ ਵੇਖ ਸਕਦੇ ਹੋ। ਦਰਅਸਲ ਘਟਨਾਕ੍ਰਮ ਹੈ ਕੀ ਹੈ ਕਿ 1947 ਦੇ ਵਿੱਚ ਜਦੋਂ ਵੰਡ ਹੁੰਦੀ ਹੈ, ਵੰਡ ਤਾਂ ਪੰਜਾਬ ਦੀ ਔਰ ਬੰਗਾਲ ਦੀ ਹੋਈ, ਪਰ ਜਿਹੜਾ ਜੰਮੂ ਕਸ਼ਮੀਰ ਹੈ, ਇਹ ਜਿਹੜਾ ਇਲਾਕਾ ਹੈ ਉਹ ਉਸ ਸਮੇਂ ਜਿਹੜਾ ਸੀ ਸਟੈਂਡ ਸਟਿਲ ਐਗਰੀਮੈਂਟ ਦੇ ਵਿੱਚ ਆ ਗਿਆ। ਤੁਸੀਂ ਕਹਿ ਸਕਦੇ ਹੋ ਕਿ ਕੁਝ ਮਹੀਨੇ ਇਹ ਇੱਕ ਵੱਖਰਾ ਦੇਸ਼ ਰਿਹਾ, ਨਾ ਇਹ ਪਾਕਿਸਤਾਨ ਦੇ ਅਧੀਨ ਸੀ ਨਾ ਇਹ ਭਾਰਤ ਦੇ ਅਧੀਨ ਸੀ। ਔਰ ਇਹ ਉਹ ਇਲਾਕਾ ਸੀ ਜਿੱਥੇ ਕਦੀ ਸਿੱਖ ਰਾਜ ਹੋਇਆ ਕਰਦਾ ਸੀ ਔਰ ਸਿੱਖਾਂ ਦੇ ਨਾਲ ਗਦਾਰੀ ਕਰਨ ਵਾਲੇ ਡੋਗਰੇ ਪਰਿਵਾਰ ਨੇ, ਧਿਆਨ ਸਿੰਘ ਡੋਗਰੇ ਦੇ ਪਰਿਵਾਰ ਨੇ 70,000 ਜਿਹੜੇ ਨਾਨਕਸ਼ਾਹੀ ਮੋਹਰਾਂ ਸੀ ਉਹ ਦੇ ਕੇ ਉਸ ਵੇਲੇ ਅੰਗਰੇਜ਼ਾਂ ਦੇ ਕੋਲੋਂ ਲਦਾਖ ਦਾ ਇਲਾਕਾ ਵੀ ਲੈ ਲਿਆ। ਸੋ ਇਸ ਇਲਾਕੇ ਦੇ ਉੱਪਰ ਡੋਗਰਾ ਖਾਨਦਾਨ ਕਾਬਜ ਹੋ ਗਿਆ, ਪਰ ਇੱਥੇ ਬਹੁ ਗਿਣਤੀ ਜਿਹੜੀ ਸੀ ਉਹ ਪੰਜਾਬੀ ਬੋਲਣ ਵਾਲੇ ਲੋਕ ਸੀ। ਉਸ ਸਮੇਂ ਦੀ ਰਾਇਸ਼ੁਮਾਰੀ ਦੇ ਮੁਤਾਬਕ 52%। ਇਹ ਸਾਰਾ ਡਾਟਾ ਮੈਂ ਆਪਣੀ ਉਸ ਡਾਕੂਮੈਂਟਰੀ ਦੇ ਵਿੱਚ ਦਿੱਤਾ ਹੋਇਆ। ਤੁਸੀਂ ਉਹ ਸਾਰੀ 2 ਘੰਟੇ ਦੀ ਡਾਕੂਮੈਂਟਰੀ ਉਹ ਵੇਖ ਸਕਦੇ ਹੋ ਕਿ ਕੀ ਕੁਝ ਵਾਪਰਿਆ ਸਿੱਖਾਂ ਦੇ ਨਾਲ, ਕਿਸ ਸੰਤਾਪ ਦੇ ਵਿੱਚੋਂ ਲੰਘਣਾ ਪਿਆ। ਸੋ ਉਸ ਤੋਂ ਬਾਅਦ ਤਕਰੀਬਨ 22-23 ਅਕਤੂਬਰ ਨੂੰ ਕਬਾਇਲੀਆਂ ਦੇ ਵੱਲੋਂ ਕਸ਼ਮੀਰ ਦੇ ਉੱਪਰ ਜਿਹੜਾ ਹਮਲਾ ਕੀਤਾ ਜਾਂਦਾ ਹੈ ਔਰ ਸੰਘ ਦੇ ਇਸ ਝੂਠ ਦੇ ਬਾਰੇ
ਮੈਂ ਆਪਣੀ ਕਿਤਾਬ ਦੇ ਵਿੱਚ ਤਕਰੀਬਨ ਸਾਰੇ ਜਿਹੜੇ ਉਹ ਖੁਲਾਸੇ ਕੀਤੇ ਹੋਏ ਨੇ। ਸੋ ਉਸ ਸਮੇਂ ਜਿੰਨੇ ਵੀ ਸਾਨੂੰ ਉਸ ਸਮੇਂ ਦੇ ਕਿਤਾਬੀ ਸਰੋਤ ਸਾਡੇ ਸਾਹਮਣੇ ਆਉਂਦੇ ਨੇ, ਮੈਂ ਕੇਵਲ ਜੰਮੂ ਕਸ਼ਮੀਰ ਦੇ ਵਿੱਚ ਲਿਖੇ ਗਏ ਸਰੋਤਾਂ ਦੀ ਜੇ ਨਾ ਗੱਲ ਕਰਾਂ ਤਾਂ ਪਾਕਿਸਤਾਨ ਦੇ ਵਿੱਚ ਉਰਦੂ ਦੇ ਵਿੱਚ ਵੀ ਮੈਂ ਉਸ ਕਿਤਾਬ ਉਸ ਡਾਕੂਮੈਂਟਰੀ 'ਚ ਕੁਛ ਹਵਾਲੇ ਦਿੱਤੇ ਨੇ ਕਿ ਜਿਨ੍ਹਾਂ ਇਲਾਕਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੁੰਦਾ, ਉਹ ਮੁਜ਼ੱਫਰਾਬਾਦ ਹੈ, ਉਹ ਪੁੰਛ ਹੈ, ਉਸ ਤੋਂ ਬਾਅਦ ਟਾਂਡਾ ਹੈ, ਗੜੀ ਟਾਂਡਾ ਹੈ, ਬਾਰਾਮੂਲਾ ਹੈ, ਟੰਗਾ ਮੂਲਾ ਹੈ, ਅਤਨਾ ਹੈ, ਬੇਰਵਾ ਹੈ, ਕਮਲਪੁਰਾ ਹੈ, ਤੇ ਬਹੁਤ ਸਾਰੇ ਇਲਾਕੇ ਜਿਹੜੇ ਮੈਂ ਸਾਰੇ ਦਿੱਤੇ ਹੋਏ ਨੇ। ਉੱਥੇ ਤਕਰੀਬਨ ਜਿਹੜੇ ਸਰੋਤ ਨੇ ਉਹਨਾਂ ਦੇ ਮੁਤਾਬਕ 20 ਤੋਂ 22,000 ਤੇ ਜਿਹੜੀ ਉੱਥੇ ਕਹਿ ਸਕਦੇ ਸੀਨਾ ਬਸੀਨਾ ਚੱਲਦੀ ਪਰੰਪਰਾ ਦੇ ਮੁਤਾਬਕ ਤਕਰੀਬਨ 30 ਤੋਂ ਲੈ ਕੇ 33,000 ਸਿੱਖਾਂ ਦਾ ਕਤਲੇਆਮ ਹੁੰਦਾ ਹੈ। ਕਿਹੜੀ ਉੱਥੇ ਸੰਘ ਦੀ ਭੂਮਿਕਾ ਹੈ? ਦੱਸ ਦਿਓ ਕਿਸੇ ਕਿਤਾਬ ਦੇ ਵਿੱਚ, ਕਿਸੇ ਸਰੋਤ ਦੇ ਵਿੱਚ। ਸਗੋਂ ਜਦੋਂ ਸਿੱਖਾਂ ਦਾ ਇੰਨਾ ਵੱਡਾ ਕਤਲੇਆਮ ਹੁੰਦਾ ਹੈ, LOC ਬਣ ਜਾਂਦੀ, ਲਾਈਨ ਆਫ ਕੰਟਰੋਲ, ਇੱਕ ਪਾਸਾ ਜਿਹੜਾ ਜਿਹਨੂੰ ਮਕਬੂਜ਼ਾ ਕਸ਼ਮੀਰ ਕਿਹਾ ਰੈਜੀਮੈਂਟ ਜਾਂਦੀ ਹੈ, ਜਿਹੜੀ ਉੱਥੇ ਜਾ ਕੇ ਫਿਰ ਤਕਰੀਬਨ 1 ਨਵੰਬਰ ਤੱਕ ਸਾਰੇ ਹਾਲਾਤ ਨੂੰ ਸ਼ਾਂਤ ਕਰਦੀ ਹੈ। ਬੇਸ਼ੱਕ ਉਹਦੇ ਵਿੱਚ ਕੁਝ ਚੰਗੇ ਹਿੰਦੂ ਆਫੀਸਰ ਵੀ ਸੀ, ਪਰ ਉੱਥੇ ਸੰਘ ਦੀ ਭੂਮਿਕਾ ਦਾ ਜ਼ਿਕਰ ਮੈਨੂੰ ਕਿਸੇ ਕਿਤਾਬ ਦੇ ਵਿੱਚ ਨਹੀਂ ਲੱਭਾ। ਸੋ ਹੁਣ ਤੁਹਾਨੂੰ ਉਸ ਗੱਲ ਨੂੰ ਸਮਝਣ ਦੇ ਵਿੱਚ ਥੋੜੀ ਸੌਖ ਰਹੇਗੀ ਕਿ ਸਿੱਖਾਂ ਦੇ ਸੰਗਠਿਤ ਢਾਂਚੇ ਦੇ ਉੱਪਰ ਹਮਲਾ ਕਰਨਾ, ਸੰਗਠਿਤ ਢਾਂਚੇ ਨੂੰ ਇੱਕ ਵੱਡੇ ਮੀਡੀਆ ਦੇ ਵੱਲੋਂ ਬਦਨਾਮ ਕਰਨਾ, ਜਿਹੜੇ ਸਿੱਖਾਂ ਦੇ ਪ੍ਰਬੰਧਕੀ ਢਾਂਚੇ ਨੇ ਉਹਨਾਂ ਨੂੰ ਤੋੜਨ ਦਾ ਯਤਨ ਕਰਨਾ, ਸਾਡੀ ਵਿਚਾਰਧਾਰਾ ਦੇ ਉੱਪਰ ਹਮਲਾ ਕਰਨਾ, ਸਾਡੀ ਵਿਚਾਰਧਾਰਾ 'ਚੋਂ ਪੈਦਾ ਹੋਏ ਜਿਹੜੇ ਸਾਡੇ ਆਧਾਰ ਨੇ ਉਹਨਾਂ ਦੇ ਉੱਪਰ ਆਪਣੀ ਦਾਅਵੇਦਾਰੀ ਜਤਾਉਣੀ ਕਿ ਆਹ ਸਭ ਕੁਝ ਸੰਘ ਦੇ ਕਰਕੇ ਹੋਇਆ। ਸੋ ਇਹਨਾਂ ਸਾਰਿਆਂ ਨੂੰ ਤੁਹਾਨੂੰ ਜੋੜ ਕੇ ਵੇਖਣਾ ਪਵੇਗਾ। ਜਿੰਨਾ ਚਿਰ ਤੁਸੀਂ ਇਹਨਾਂ ਸਾਰੇ ਵਰਤਾਰਿਆਂ ਨੂੰ ਜੋੜ ਕੇ ਨਹੀਂ ਵੇਖੋਗੇ, ਉਹਨਾਂ ਚਿਰ ਤੱਕ ਇਹ ਜਿਹੜੇ ਵਾਪਰ ਰਹੇ ਵਰਤਾਰੇ ਨੇ ਇਹਨਾਂ ਨੂੰ ਸਮਝਣਾ ਬਹੁਤ ਔਖਾ ਹੋਵੇਗਾ। ਸੋ ਅੱਜ ਦੇ ਸਮੇਂ ਦੇ ਵਿੱਚ ਮੈਂ ਬਾਰ-ਬਾਰ ਸ਼ੁਰੂ ਦੇ ਵਿੱਚ ਵੀ ਇਹੀ ਕਹਿਣ ਦਾ ਯਤਨ ਕੀਤਾ ਕਿ ਅਸੀਂ ਆ ਜਿਹੜੀਆਂ ਰੈਜੀਮੈਂਟਸ ਬਣਾ ਲਈਆਂ ਨੇ ਨਾ, ਆ ਮਿਸ਼ਨਰੀ ਹੈ, ਆ ਟਕਸਾਲੀ ਹੈ, ਆ ਫਲਾਣਾ ਸੰਪਰਦਾਈ ਹੈ, ਇਹ ਸਭ ਤੋਂ ਵੱਧ ਨੁਕਸਾਨਦੇਹ ਸਾਬਤ ਹੋਵੇਗੀ ਸਾਡੇ ਵਾਸਤੇ। ਇਹਨਾਂ ਢਾਂਚਿਆਂ ਦੇ ਵਿੱਚੋਂ ਬਾਹਰ ਨਿਕਲੀਏ ਤੇ ਇਹ ਵੇਖੀਏ ਕਿ ਵਿਚਾਰਧਾਰਕ ਤੌਰ ਤੇ ਦੁਸ਼ਮਣ ਕਿਹੜਾ ਹੈ, ਤੇ ਦੁਸ਼ਮਣ ਦੇ ਮਰਕਜ਼ ਦੇ ਵਿੱਚੋਂ ਜਿਹੜੇ ਬਹੁਦਿਸ਼ਾਵੀ ਸਾਡੀ ਕੌਮੀਅਤ ਉੱਪਰ ਹਮਲੇ ਹੋ ਰਹੇ ਨੇ ਉਹਨਾਂ ਦੀ ਸ਼ਨਾਖਤ ਕਰਕੇ ਅਸੀਂ ਹੱਲ ਵਾਲੇ ਪਾਸੇ ਕਿਵੇਂ ਤੁਰਨਾ ਹੈ। ਸੋ ਇਹ ਸਾਨੂੰ ਸਮਝਣ ਦੀ ਲੋੜ ਹੈ ਤੇ ਮੈਂ ਆਸ ਵੀ ਕਰਦਾ ਕਿ ਤੁਸੀਂ ਪੜ੍ਹਨ ਦਾ, ਸਮਝਣ ਦਾ ਯਤਨ ਜ਼ਰੂਰ ਕਰੋਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।